ਜੇ ਤਾਂ ਤੁਹਾਡਾ ਸਮਝੌਤੇ ਨਾਲ ਇਹ ਮੋਰਚਾ ਸਾਈਡ ਤੇ ਹੁੰਦਾ। ਰੋਡ ਖਾਲੀ ਕਰਾਉਣ ਦਾ ਦਰਅਸਲ ਉਹ ਪਟੀਸ਼ਨ ਰੋਡ ਖਾਲੀ ਕਰਨ ਵਾਸਤੇ, ਮੋਰਚਾ ਉਠਾਉਣ ਵਾਸਤੇ ਨਹੀਂ ਹੈਗਾ। ਮੋਰਚਾ ਉਹ ਕਹਿੰਦੇ ਕਿ ਤੁਹਾਡਾ ਰਾਈਟ ਆ, ਤੁਸੀਂ ਲਾ ਸਕਦੇ ਹੋ, ਸਿਰਫ ਰੋਡਸ ਖਾਲੀ ਜਿਹੜੀਆਂ ਕਰੋ। ਇਹ ਜੱਜ ਸਾਹਿਬ ਨੂੰ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਜਿਹੜੇ ਪਰਿਵਾਰ ਬੈਠੇ ਨੇ, ਜਿਨ੍ਹਾਂ ਦੇ ਲੋਕ, ਜਿਨ੍ਹਾਂ ਦੇ ਜਿਹੜੇ ਸਿੰਘ ਨੇ, ਜਿਹੜੇ ਅੰਦਰ ਨੇ, ਪਿਛਲੇ 28 ਤੋਂ 32 ਸਾਲਾਂ ਤੋਂ ਅੰਦਰ ਬੈਠੇ ਹੋਏ ਆ। ਜੇ ਆਪਾਂ ਇਸ ਇਨਸਾਫ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਤਕਲੀਫ ਹੋ ਰਹੀ ਹੈ, ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਰੋਡ ਕ੍ਰੋਸ ਨਹੀਂ ਕੀਤੀ ਜਾ ਰਹੀ, ਤਾਂ ਆਪਾਂ ਉਹਨਾਂ ਬਾਰੇ ਵੀ ਸੋਚੀਏ ਜਿਹੜੇ 32 ਸਾਲਾਂ ਤੋਂ ਅੰਦਰ ਬੈਠੇ ਹੋਏ ਜੇਲ੍ਹਾਂ 'ਚ। ਉਹਨਾਂ ਨੇ ਮੱਦੇ ਨਜ਼ਰ ਰੱਖਦੇ ਜਿਹੜੀ ਗੱਲ ਕੀਤੀ ਜੱਜ ਸਾਹਿਬ ਨੇ, ਉਹਨਾਂ ਨੇ ਫਿਰ ਦੁਬਾਰਾ ਟਾਈਮ ਦਿੱਤਾ। ਇਹ ਪ੍ਰਸ਼ਾਸਨ ਨੂੰ ਇਹ ਕਹਿੰਦੇ ਹੋਏ ਟਾਈਮ ਕਿਹਾ ਕਿ ਤੁਸੀਂ ਇਹਨਾਂ ਨਾਲ ਗੱਲ ਕਰਕੇ ਜਿਹੜੇ ਦੋਵੇਂ ਪੱਖਾਂ ਨੂੰ ਸੁਣਿਆ ਜਾਵੇ ਅਤੇ ਉਸ ਤੋਂ ਬਾਅਦ ਹੀ ਡਿਸੀਜਨ ਲਿਆ ਜਾਊਗਾ। ਅਤੇ ਜੇ ਪ੍ਰਸ਼ਾਸਨ ਸਿਰਫ ਗੱਲਾਂ ਕਰਕੇ ਅੱਗੇ ਤਰ੍ਹਾਂ ਮੀਟਿੰਗ ਕਰਕੇ ਮੁੱਕਰਦੀ ਆ, ਅਸੀਂ ਉਹ ਵੀ ਰਿਪਲਾਈ ਕੋਰਟ ਦੇ ਵਿੱਚ ਦੇਵਾਂਗੇ ਅਤੇ ਉਸ ਤੋਂ ਬਾਅਦ ਹੀ ਕੋਰਟ ਡਿਸਾਈਡ ਕਰੂਗਾ। ਹਜੇ ਐਸਾ ਕੁਝ ਨਹੀਂ ਹੈ ਕਿ ਕੋਰਟ ਹਜੇ ਕੋਈ ਫੋਰਸ ਯੂਜ਼ ਕਰ ਰਿਹਾ। ਇਹ ਬੜੀ ਸ਼ਰਮਨਾਕ ਗੱਲ ਹੈ। ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਜਦੋਂ ਮੋਰਚਾ ਲੱਗਾ ਸੀਗਾ, ਮੋਰਚੇ ਲੱਗਣ ਤੋਂ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਨਾ ਤਾਂ ਪ੍ਰਸ਼ਾਸਨ ਗੱਲ ਸੁਣਦੀ ਸੀ, ਨਾ ਸਰਕਾਰਾਂ ਹੀ ਗੱਲ ਸੁਣਦੀਆਂ ਸੀਗੀਆਂ। ਜੇ ਸਰਕਾਰਾਂ ਨਾਲ ਗੱਲ ਕਰਦੇ ਹੁੰਦੇ ਸੀਗੇ, ਇਹ ਸਰਕਾਰਾਂ ਪਹਿਲਾਂ ਇਹ ਗੱਲਾਂ ਕਰਦੀਆਂ ਹੁੰਦੀਆਂ ਮੋਰਚੇ ਲਾਉਣ ਦੀ ਲੋੜ ਕਿਉਂ ਪੈਂਦੀ ਹੈ। ਪਰ ਦੇਖਿਆ ਜਾਵੇ ਉਹ ਜਦੋਂ ਉਸ ਪਾਵਰ ਉੱਤੇ ਆ ਗਏ ਤਾਂ ਸਾਰੇ ਆਪਦੀਆਂ ਅੱਖਾਂ ਬੰਦ ਕਰਕੇ ਬੈਠ ਗਏ। ਹਜੇ ਤਾਂ ਕੋਈ ਚਲਾਨ ਨਹੀਂ ਪੇਸ਼ ਹੋ ਰਿਹਾ ਸੀਗਾ, ਕਿਸੇ ਦੀ ਰਿਹਾਈ ਦੀ ਗੱਲ ਨਹੀਂ ਹੋ ਰਹੀ ਸੀਗੀ। ਮੋਰਚਾ ਲੱਗਣ ਤੋਂ ਬਾਅਦ 2 ਸਿੰਘਾਂ ਦੀ ਰਿਹਾਈ ਹੋਈ। ਉਸ ਤੋਂ ਬਾਅਦ ਜਿਹੜੀ ਦਵਿੰਦਰਪਾਲ ਭੁੱਲਰ ਸਾਹਿਬ ਦੀ ਜਿਹੜੀ 1 ਮਹੀਨੇ ਦੀ ਇਹਨਾਂ ਨੇ ਉਹਨਾਂ ਨੂੰ ਟਾਈਮ ਦਿੱਤਾ ਹੈ ਕਿ ਵਿਦਿਨ 4 ਵੀਕ ਤੁਸੀਂ ਉਹਨਾਂ ਦੀ ਕੋਈ ਜਿਹੜਾ ਵੀ ਡਿਸੀਜਨ ਲਿਆ ਜਾਵੇ। ਉਸ ਤੋਂ ਇਲਾਵਾ ਆਪਣੇ ਖਹਿੜਾ ਸਾਹਿਬ ਨੂੰ 8 ਵੀਕ ਦੀ ਪਰੋਲ ਮਿਲੀ ਹੈ। ਜਾਂ 144 ਤੁਸੀਂ ਲਾ ਰਹੇ ਹੋ। ਉੱਥੇ ਪਹਿਲਾਂ ਸਭ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿ ਉਹਨਾਂ ਦਾ ਸੰਸਕਾਰ ਹੋਇਆ, ਉਹਨਾਂ ਦਾ ਜੋ ਪਾਸ ਸੀਗਾ, ਜੋ ਹੈਗਾ ਸੀਗਾ, ਹਿਸਟਰੀ ਸੀ ਉਹਨਾਂ ਦੀ, ਉਹਨਾਂ ਨੇ ਜੋ ਕੀਤਾ ਉਸ ਤੋਂ ਇਲਾਵਾ ਉਹਨੂੰ ਇੱਕ ਆਪਾਂ ਵੱਖਰਾ ਰੱਖੀਏ, ਠੀਕ ਹੈ। ਪਰ ਜਿਹੜੀ ਹਿਊਮੈਨਿਟੀ ਉੱਤੇ ਗੱਲ ਤਾਂ ਕਰਨੀ ਬਣਦੀ ਨਾ। ਉਹਨਾਂ ਦੀ ਡੈਥ ਹੋਈ, ਉਹਨਾਂ ਨੂੰ ਜਦੋਂ ਉੱਥੇ ਸ਼ਹੀਦ ਹੋਏ ਨੇ, ਉਸ ਤੋਂ ਬਾਅਦ ਉਹਨਾਂ ਨੂੰ ਸੰਸਕਾਰ ਵਾਸਤੇ ਉਹਨਾਂ ਦੀ ਮਦਰ ਨੇ, ਉਹਦੇ ਸਿਸਟਰ ਨੇ ਜਦੋਂ ਅਪਲਾਈ ਕੀਤਾ, ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ, ਬਾਹਰ ਜਾਣ ਦੀ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਇਹਨਾਂ ਦਾ ਭੋਗ ਦੀ ਗੱਲ ਕਰ ਰਹੇ ਹਾਂ ਤਾਂ ਉੱਥੇ 144 ਐਸ ਕਰਕੇ ਲਾ ਦਿੱਤੀ ਗਈ ਤਾਂ ਕਿ ਲੋਕ ਵੱਧ ਤੋਂ ਵੱਧ ਨਾ ਜੁੜਨ। ਜੇ ਇਹ ਇੱਦਾਂ ਕਰਨਗੇ, ਦਬਾਉਣ ਦੀ ਕੋਸ਼ਿਸ਼ ਕਰਨਗੇ, ਤਾਂ ਲੋਕ ਜ਼ਰੂਰ ਉੱਭਰਨਗੇ, ਉੱਠਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਬੇ ਸਮੇਂ ਤੋਂ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੂੰ ਇੱਥੋਂ ਚੁਕਵਾਉਣ ਲਈ ਹਾਈ ਕੋਰਟ ਵੱਲੋਂ ਪਹਿਲਾਂ ਵੀ ਆਰਡਰ ਦਿੱਤੇ ਗਏ ਤੇ ਦੁਬਾਰਾ ਫਿਰ ਜਿਹੜਾ ਆ 15 ਦਿਨ ਦਾ ਸਮਾਂ ਦੇ ਦਿੱਤਾ ਗਿਆ ਆ। ਸੋ ਕੌਮੀ ਇਨਸਾਫ ਮੋਰਚਾ ਲਗਾਤਾਰ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ, ਜਿਹਦੀ ਤੁਸੀਂ ਇੱਕ ਝਲਕੀ 15 ਅਗਸਤ ਵਾਲੇ ਦਿਨ ਵੀ ਦੇਖੀ। ਹਜ਼ਾਰਾਂ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਕਹਿ ਲਈਏ ਵੱਡਾ ਇਕੱਠ ਜਿਹੜਾ ਇਸ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚਿਆ। ਸਾਡੇ ਨਾਲ ਐਡਵੋਕੇਟ ਸਾਹਿਬ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ, ਸਰਕਾਰ ਹਾਈ ਕੋਰਟ ਵੱਲੋਂ ਪਹਿਲਾਂ ਵੀ ਇੱਕ ਵਾਰੀ ਜਿਹੜਾ ਆ 17 ਦਿਨ ਦਾ ਸਮਾਂ ਦਿੱਤਾ ਗਿਆ ਆ ਤੇ ਦੁਬਾਰਾ ਹੁਣ ਫਿਰ 15 ਦਿਨ ਦਾ ਸਮਾਂ ਦਿੱਤਾ ਗਿਆ। ਸੋ ਸਰਕਾਰ ਦੇ ਨਾਲ ਇਸ ਬਾਬਤ ਕੀ ਗੱਲਬਾਤ ਚੱਲ ਰਹੀ ਹੈ ਜਾਂ ਕੀ ਅਗਲੀ ਰਣਨੀਤੀ ਹੈ? ਦੇਖੋ, ਜਿਹੜਾ 2 ਅਗਸਤ ਨੂੰ ਆਰਡਰ ਹੋਇਆ ਸੀਗਾ 17 ਅਗਸਤ ਲਈ, ਉਸ 15 ਦਿਨ ਵਾਸਤੇ ਜਿਹੜਾ ਆਰਡਰ ਕੀਤਾ ਗਿਆ ਸੀਗਾ ਸਰਕਾਰ ਦਾ, ਉਹਦੇ 'ਚ ਇਹ ਵਰਡ ਯੂਜ਼ ਕੀਤੇ ਗਏ ਸੀਗੇ, ਜੇ ਤਾਂ ਤੁਹਾਡਾ ਸਮਝੌਤੇ ਨਾਲ ਇਹ ਮੋਰਚਾ ਸਾਈਡ ਤੇ ਹੁੰਦਾ। ਰੋਡ ਖਾਲੀ ਕਰਾਉਣ ਦਾ ਦਰਅਸਲ ਉਹ ਪਟੀਸ਼ਨ ਰੋਡ ਖਾਲੀ ਕਰਨ ਵਾਸਤੇ, ਮੋਰਚਾ ਉਠਾਉਣ ਵਾਸਤੇ ਨਹੀਂ ਹੈਗਾ। ਮੋਰਚਾ ਉਹ ਕਹਿੰਦੇ ਕਿ ਤੁਹਾਡਾ ਰਾਈਟ ਆ, ਤੁਸੀਂ ਲਾ ਸਕਦੇ ਹੋ, ਸਿਰਫ ਰੋਡਸ ਖਾਲੀ ਜਿਹੜੀਆਂ ਕਰੋ। ਸੋ ਉਹਦੇ ਸੰਬੰਧੀ 17 ਤਰੀਕ ਨੂੰ ਜਦੋਂ ਦੁਬਾਰਾ ਅਸੀਂ ਪੇਸ਼ ਹੋਏ ਹਾਂ, ਇਹ ਜੱਜ ਸਾਹਿਬ ਨੂੰ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਜਿਹੜੇ ਪਰਿਵਾਰ ਬੈਠੇ ਨੇ, ਜਿਨ੍ਹਾਂ ਦੇ ਲੋਕ, ਜਿਨ੍ਹਾਂ ਦੇ ਜਿਹੜੇ ਸਿੰਘ ਨੇ, ਜਿਹੜੇ ਅੰਦਰ ਨੇ, ਪਿਛਲੇ 28 ਤੋਂ 32 ਸਾਲਾਂ ਤੋਂ ਅੰਦਰ ਬੈਠੇ ਹੋਏ ਆ। ਜੇ ਆਪਾਂ ਇਸ ਇਨਸਾਫ ਦੀ ਗੱਲ ਕਰ ਰਹੇ ਹਾਂ ਕਿ ਲੋਕਾਂ ਨੂੰ ਇਸ ਚੀਜ਼ ਦੀ ਤਕਲੀਫ ਹੋ ਰਹੀ ਹੈ, ਕਿ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਰੋਡ ਕ੍ਰੋਸ ਨਹੀਂ ਕੀਤੀ ਜਾ ਰਹੀ, ਤਾਂ ਆਪਾਂ ਉਹਨਾਂ ਬਾਰੇ ਵੀ ਸੋਚੀਏ ਜਿਹੜੇ 32 ਸਾਲਾਂ ਤੋਂ ਅੰਦਰ ਬੈਠੇ ਹੋਏ ਜੇਲ੍ਹਾਂ 'ਚ। ਸੋ ਇਹਨੂੰ ਉਹਨਾਂ ਨੇ ਮੱਦੇ ਨਜ਼ਰ ਰੱਖਦੇ ਜਿਹੜੀ ਗੱਲ ਕੀਤੀ ਜੱਜ ਸਾਹਿਬ ਨੇ, ਉਹਨਾਂ ਨੇ ਫਿਰ ਦੁਬਾਰਾ ਟਾਈਮ ਦਿੱਤਾ। ਇਹ ਪ੍ਰਸ਼ਾਸਨ ਨੂੰ ਇਹ ਕਹਿੰਦੇ ਹੋਏ ਟਾਈਮ ਕਿਹਾ ਕਿ ਤੁਸੀਂ ਇਹਨਾਂ ਨਾਲ ਗੱਲ ਕਰਕੇ ਜਿਹੜੇ ਦੋਵੇਂ ਪੱਖਾਂ ਨੂੰ ਸੁਣਿਆ ਜਾਵੇ ਅਤੇ ਉਸ ਤੋਂ ਬਾਅਦ ਹੀ ਡਿਸੀਜਨ ਲਿਆ ਜਾਊਗਾ। ਜੇ ਤਾਂ ਪ੍ਰਸ਼ਾਸਨ ਨੇ ਇਹਦਾ ਕੋਈ ਹੱਲ ਦਿੱਤਾ, ਸਾਨੂੰ ਕੋਈ ਨਾ ਕੋਈ ਇਹਦਾ ਸੋਲੂਸ਼ਨ ਕੱਢਿਆ ਗਿਆ, ਤਾਂ ਅਸੀਂ ਉਹ ਵੀ ਕੋਰਟ ਦੇ ਵਿੱਚ ਦਿੱਤਾ ਜਾਊਗਾ, ਸਾਡੇ ਵੱਲੋਂ ਰਿਪਲਾਈ ਦਿੱਤਾ ਜਾਊਗਾ। ਅਤੇ ਜੇ ਪ੍ਰਸ਼ਾਸਨ ਸਿਰਫ ਗੱਲਾਂ ਕਰਕੇ ਅੱਗੇ ਤਰ੍ਹਾਂ ਮੀਟਿੰਗ ਕਰਕੇ ਮੁੱਕਰਦੀ ਆ, ਅਸੀਂ ਉਹ ਵੀ ਰਿਪਲਾਈ ਕੋਰਟ ਦੇ ਵਿੱਚ ਦੇਵਾਂਗੇ ਅਤੇ ਉਸ ਤੋਂ ਬਾਅਦ ਹੀ ਕੋਰਟ ਡਿਸਾਈਡ ਕਰੂਗਾ। ਹਜੇ ਐਸਾ ਕੁਝ ਨਹੀਂ ਹੈ ਕਿ ਕੋਰਟ ਹਜੇ ਕੋਈ ਫੋਰਸ ਯੂਜ਼ ਕਰ ਰਿਹਾ, ਕਿਉਂਕਿ ਡਿਸੀਜ਼ਨ ਉਦੋਂ ਹੀ ਲਿਆ ਜਾਂਦਾ ਜਿੰਨਾ ਚਿਰ ਕੋਈ ਸਾਡੇ ਵੱਲੋਂ ਪਟੀਸ਼ਨ ਜਾਂ ਅਸੀਂ ਆਪਦੇ ਰਿਪਲਾਈ ਨਹੀਂ ਫਾਈਲ ਕਰ ਰਹੇ। ਪਰ ਜਿੰਨਾ ਚਿਰ ਸਾਡੇ ਵੱਲੋਂ ਕੁਛ ਨਾ ਕੋਈ ਫਾਈਲ ਹੋ ਰਿਹਾ, ਜੋ ਗੱਲਬਾਤ ਚੱਲ ਰਹੀ, ਅਸੀਂ ਉਹਦੇ ਸੰਬੰਧੀ ਕੋਈ ਨਾ ਕੋਈ ਜੱਜ ਸਾਹਿਬ ਨੂੰ ਦੱਸ ਰਹੇ ਹਾਂ
ਤਾਂ ਜੱਜ ਸਾਹਿਬ ਦੀ ਇਹ ਡਿਊਟੀ ਹੈ ਕਿ ਉਹਨਾਂ ਨੂੰ ਡਿਸੀਜਨ ਲੈਣ ਤੋਂ ਪਹਿਲਾਂ ਉਹਨੂੰ ਕੰਸੀਡਰ ਕਰਨਾ ਪੈ ਰਿਹਾ। ਜੀ ਭਾਜੀ, ਜਿਸ ਤਰ੍ਹਾਂ ਲਗਾਤਾਰ ਸਮਾਗਮਾਂ ਦੀ ਗੱਲ ਕਰ ਰਹੀ ਹੈ, ਜਿਸ ਤਰ੍ਹਾਂ ਸੰਤ ਸਮਾਜ ਵੀ ਆਇਆ ਜਾਂ ਮਾਰਚ ਵਗੈਰਾ ਤਾਂ ਲਗਾਤਾਰ ਕੱਢੇ ਜਾ ਰਹੇ ਆ, ਪਰ ਮੋਰਚੇ ਦੀ ਸਫਲਤਾ ਲਈ ਜਾਂ ਸਰਕਾਰ ਕਿਉਂਕਿ ਸਰਕਾਰ ਦੀਆਂ ਇੱਕ ਤਰ੍ਹਾਂ ਦੀਆਂ ਗੋਡਣੀਆਂ ਲਾਉਣ ਲਈ ਮੋਰਚਾ ਲੱਗਿਆ ਹੈ, ਤਾਂ ਉਸ ਪ੍ਰੋਸੈਸ ਲਈ ਕੀ ਕੀਤਾ ਜਾ ਰਿਹਾ, ਕਾਨੂੰਨੀ ਤੌਰ ਤੇ ਕੀ ਕੀਤਾ ਜਾ ਰਿਹਾ, ਮੋਰਚੇ ਲਈ ਅਗਲੀ ਰਣਨੀਤੀ ਕੀ ਹੈ ਜਿਹਦੇ ਨਾਲ ਸਰਕਾਰ ਜਿਹੜੀ ਕਿਤੇ ਨਾ ਕਿਤੇ ਗੱਲਬਾਤ ਕਰਨੇ ਮਜਬੂਰ ਹੋਊਗੀ? ਦੇਖੋ, ਇਹ ਬੜੀ ਸ਼ਰਮਨਾਕ ਗੱਲ ਹੈ, ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਜਦੋਂ ਮੋਰਚਾ ਲੱਗਾ ਸੀਗਾ, ਮੋਰਚੇ ਲੱਗਣ ਤੋਂ ਪਹਿਲਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਥੇ ਨਾ ਤਾਂ ਪ੍ਰਸ਼ਾਸਨ ਗੱਲ ਸੁਣ ਰਹੀ ਸੀ, ਨਾ ਸਰਕਾਰਾਂ ਹੀ ਗੱਲ ਸੁਣਦੀਆਂ ਸੀਗੀਆਂ। ਜੇ ਸਰਕਾਰਾਂ ਨਾਲ ਗੱਲ ਕਰਦੇ ਹੁੰਦੇ ਸੀਗੇ, ਇਹ ਸਰਕਾਰਾਂ ਪਹਿਲਾਂ ਇਹ ਗੱਲਾਂ ਕਰਦੀਆਂ ਹੁੰਦੀਆਂ ਮੋਰਚੇ ਲਾਉਣ ਦੀ ਲੋੜ ਕਿਉਂ ਪੈਂਦੀ ਹੈ, ਤਾਂ ਇੱਕ ਆਸ ਜਗੀ ਸੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ, ਇਹਨਾਂ ਦੇ 92 MLA ਜਿਹੜੇ ਆ ਉਹ ਮੰਤਰੀ ਬਣਾਏ, ਉਹਨਾਂ ਨੂੰ ਮੰਤਰੀ ਬਣੇ, ਕੋਈ ਜਿਹੜੇ ਉਸ ਸੀਟਸ ਤੇ ਬੈਠੇ ਜਿੱਥੇ ਰਿਸਪੌਂਸਿਬਿਲਟੀ ਉਹਨਾਂ ਦੇ ਹੱਥ ਆਈ। ਪਰ ਦੇਖਿਆ ਜਾਵੇ ਉਹ ਜਦੋਂ ਉਸ ਪਾਵਰ ਉਤੇ ਆ ਗਏ ਤਾਂ ਸਾਰੇ ਆਪਦੀਆਂ ਅੱਖਾਂ ਬੰਦ ਕਰਕੇ ਬੈਠ ਗਏ। ਸੋ ਮੋਰਚੇ ਜਿਹੜੀ ਮੇਨ ਗੱਲ ਹੈ ਇਹ ਕੰਸੀਡਰ ਕਰਨ ਵਾਲੀ ਹੈ ਕਿ ਮੋਰਚੇ ਲਾਉਣੇ ਕਿਉਂ ਪੈ ਰਹੇ ਆ। ਜੇ ਆਪਾਂ ਕੱਲ ਇੱਕ ਮੇਰੀ ਡਿਬੇਟ ਹੋ ਰਹੀ ਸੀ, ਉੱਥੇ ਇਹ ਅਕਾਲੀ ਦਲ ਦੇ ਕੋਈ ਪ੍ਰਬੰਧ ਉਹ ਗੱਲ ਕਰ ਰਹੇ ਸੀਗੇ ਕਿ ਗੁਰਬਖਸ਼ ਸਿੰਘ ਖਾਲਸਾ ਜੀ ਦਾ ਮੋਰਚੇ ਤੋਂ ਬਾਅਦ ਅਸੀਂ ਰਿਹਾਈ ਦਿੱਤੀ ਆ, ਮਤਲਬ ਪਰੋਲਾਂ ਮਿਲਣੀਆਂ ਸ਼ੁਰੂ ਹੋਈਆਂ। ਸੋ ਇਹ ਕੰਸੀਡਰ ਕੀਤਾ ਕਿਉਂ ਨਹੀਂ ਜਾਂਦਾ ਕਿ ਅਸੀਂ ਜਦੋਂ ਮੋਰਚੇ ਲੱਗਦੇ ਉਸ ਤੋਂ ਬਾਅਦ ਹੀ ਕਿਉਂ ਤੁਹਾਡੀਆਂ ਅੱਖਾਂ ਖੁੱਲ੍ਹਦੀਆਂ? ਇਹ ਤੁਹਾਡੀ ਡਿਊਟੀਜ਼ ਹੈ, ਤੁਹਾਨੂੰ ਇੱਥੇ ਜਿਹੜੇ ਜਿੱਤਣ ਤੋਂ ਬਾਅਦ ਤੁਹਾਨੂੰ ਉਸ ਕੁਰਸੀਆਂ 'ਤੇ ਪਾਇਆ ਜਾਂਦਾ ਜਿੱਥੇ ਤੁਹਾਨੂੰ ਪਾਵਰ ਮਿਲਦੀ ਹੈ। ਤੁਹਾਡੇ ਪੈਨ ਦੇ ਵਿੱਚ ਇੰਨੀ ਪਾਵਰ ਹੁੰਦੀ ਹੈ ਕਿ ਤੁਹਾਡੇ ਸਾਈਨ ਦੇ ਨਾਲ ਇਸ ਸਟੇਟ ਦਾ ਭਲਾ ਹੋ ਸਕਦਾ, ਪਰ ਇਹ ਇਹਨਾਂ ਨੂੰ ਕੰਸੀਡਰ ਹੀ ਨਹੀਂ ਕਰਦੇ। ਮੋਰਚੇ ਲਾਉਣੇ ਸਰਕਾਰਾਂ ਦੇ ਖਿਲਾਫ ਸੰਗਤ ਨੂੰ ਪੈਂਦੇ ਆ। ਅੱਜ ਸੜਕਾਂ 'ਤੇ ਬੈਠੇ ਆ, ਇੱਥੇ ਬਜ਼ੁਰਗ ਬੈਠੇ ਹੋਏ ਆ, ਇੱਥੇ ਬੱਚੇ ਬੈਠੇ ਆ, ਇੱਥੇ ਹਰੇਕ ਧਰਮ ਦੇ ਲੋਕ ਬੈਠੇ ਹੋਏ ਆ। ਫਿਰ ਵੀ ਉਹਨਾਂ ਨੂੰ ਇਨਸਾਫ ਲੈਣ ਵਾਸਤੇ ਦੇਖੋ ਕਿੰਨੀ ਤਕਲੀਫ ਜਰਨੀ ਪੈ ਰਹੀ ਹੈ। 8 ਮਹੀਨੇ ਹੋ ਗਏ ਇੱਥੇ ਬੈਠਿਆਂ ਨੂੰ, ਲੋਕ ਘਰ-ਬਾਰ ਛੱਡ ਕੇ ਇੱਥੇ ਬੈਠੇ ਹੋਏ ਆ ਸਿਰਫ ਇਨਸਾਫ ਲੈਣ ਵਾਸਤੇ, ਪਰ ਸਰਕਾਰਾਂ ਹਜੇ ਵੀ ਅੱਖਾਂ ਬੰਦ ਕਰਕੇ ਬੈਠੀਆਂ ਹੋਈਆਂ, ਕੰਨਾਂ ਤੋਂ ਸੁਣਦੀਆਂ ਨਹੀਂ ਗੀਆਂ। ਜਦੋਂ ਇਹ ਸਾਰਾ ਕੁਝ ਜੋ ਪੁਰਾਣੀ ਸਰਕਾਰਾਂ ਨਾਲ ਵੀ ਇਹੀ ਹੋਇਆ ਸੀਗਾ, ਉਹਨਾਂ ਨੇ ਗੱਲਾਂ ਸੁਣਨੀਆਂ ਲੋਕਾਂ ਦੀਆਂ ਬੰਦ ਕਰਤੀਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਅਗਲੀਆਂ ਇਲੈਕਸ਼ਨ ਆਏ ਸੀਗੇ ਤਾਂ ਲੋਕਾਂ ਨੇ ਉਹਦਾ ਜਵਾਬ ਦਿੱਤਾ ਸੀਗਾ। ਇਹ ਨਾ ਹੁੰਦਾ ਹੋਵੇ ਕਿ ਜਦੋਂ ਇਹਨਾਂ ਨੇ ਵੀ ਜਿਹੜੇ ਹਿਸਾਬ ਨਾਲ ਅੱਖਾਂ ਬੰਦ ਕਰਕੇ ਬੈਠੇ ਹੋਏ ਆ, ਪਿਛਲੇ 8 ਮਹੀਨਿਆਂ ਤੋਂ ਇੱਕ ਵਾਰੀ ਵੀ CM ਦਾ ਬਿਆਨ ਤੱਕ ਨਹੀਂ ਆਇਆ, ਉਹਨਾਂ ਨੇ ਪ੍ਰੈਸ ਨੂੰ ਸੰਬੋਧਿਤ ਨਹੀਂ ਕੀਤਾ, ਕੋਈ ਬਿਆਨ ਸਟੇਟਮੈਂਟ ਨਹੀਂ ਦਿੱਤੀ, ਕੋਈ ਕਿਸੇ ਨਿਊਜ਼ਪੇਪਰ 'ਚ ਇਹ ਗੱਲ ਨਹੀਂ ਕਹੀ ਕਿ ਮੋਰਚਾ ਲੱਗਾ ਕਿਉਂ ਆ, ਮੋਰਚੇ ਦੀ ਲਈ ਅਸੀਂ ਕੀ ਕਰ ਰਹੇ ਹਾਂ। ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਅਸੀਂ ਜਿਹੜੀਆਂ ਦੇਖੋ ਮੋਰਚੇ ਤੋਂ ਪਹਿਲਾਂ ਇਹਨਾਂ ਨੇ ਕੋਈ ਜਿਹੜੀ ਆਪਾਂ ਕਾਨੂੰਨੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਵੀ ਹਜੇ ਤਾਂ ਕੋਈ ਚਲਾਨ ਨਹੀਂ ਪੇਸ਼ ਹੋ ਰਿਹਾ ਸੀਗਾ, ਕਿਸੇ ਦੀ ਰਿਹਾਈ ਦੀ ਗੱਲ ਨਹੀਂ ਹੋ ਰਹੀ ਸੀਗੀ। ਮੋਰਚਾ ਲੱਗਣ ਤੋਂ ਬਾਅਦ 2 ਸਿੰਘਾਂ ਦੀ ਰਿਹਾਈ ਹੋਈ। ਉਸ ਤੋਂ ਬਾਅਦ ਜਿਹੜੀ ਦਵਿੰਦਰ ਭੁੱਲਰ ਸਾਹਿਬ ਦੀ ਜਿਹੜੀ 1 ਮਹੀਨੇ ਦੀ ਇਹਨਾਂ ਨੇ ਉਹਨਾਂ ਨੂੰ ਟਾਈਮ ਦਿੱਤਾ ਹੈ ਕਿ ਵਿਦਿਨ 4 ਵੀਕ ਤੁਸੀਂ ਉਹਨਾਂ ਦੀ ਕੋਈ ਜਿਹੜਾ ਵੀ ਡਿਸੀਜਨ ਲਿਆ ਜਾਵੇ। ਉਸ ਤੋਂ ਇਲਾਵਾ ਆਪਣੇ ਖਹਿੜਾ ਸਾਹਿਬ ਨੂੰ 8 ਵੀਕ ਦੀ ਪਰੋਲ ਮਿਲੀ ਹੈ। ਉਸ ਤੋਂ ਇਲਾਵਾ ਆਪਾਂ ਦੇਖ ਸਕਦੇ 20 ਤਰੀਕ ਨੂੰ ਸ਼ਾਇਦ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਪੱਕੀ ਪਰੋਲ ਮਿਲ ਜੂਗੀ, ਜਿਹੜੀ ਕੰਡੀਸ਼ਨਲ ਪਰੋਲਾਂ ਬਾਕੀਆਂ 2 ਸਿੰਘਾਂ ਨੂੰ ਮਿਲੀਆਂ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਕੇਸਾਂ ਨੂੰ ਆਪਾਂ ਦੇਖ ਲਈਏ, ਉਹਨਾਂ ਦੇ ਕੇਸਿਸ ਸ਼ੁਰੂ ਹੋ ਗਏ ਆ, ਫਾਈਲਾਂ ਲੱਭ ਗਈਆਂ ਜਿਹੜੀਆਂ ਇੱਥੋਂ ਤੱਕ ਹਾਈ ਕੋਰਟ 'ਚ ਇਹ ਦਿੱਤਾ ਗਿਆ ਸੀ ਇਹਨਾਂ ਵੱਲੋਂ ਸਟੇਟਮੈਂਟ ਕਿ ਸਾਨੂੰ ਜਿਹੜੀ ਕੇਸਿਸ ਦੀਆਂ ਫਾਈਲਾਂ ਹੀ ਗੁੰਮ ਹੋ ਗਈਆਂ। ਦੇਖੋ ਜਿੰਨਾ ਪਿਛਲੇ 18 ਸਾਲ ਤੋਂ ਜਿਹੜੀਆਂ ਫਾਈਲਾਂ ਗਵਾਚੀਆਂ ਹੋਈਆਂ ਸੀਗੀਆਂ ਉਹ ਫਾਈਲਾਂ ਵੀ ਲੱਭ ਗਈਆਂ। ਸੋ ਮੋਰਚੇ ਦਾ ਜਿਹੜੀ ਪ੍ਰਾਪਤੀਆਂ ਹੈ ਉਹ ਦਿਨ ਬਰ ਦਿਨ ਹੋ ਤਾਂ ਰਹੀਆਂ ਨੇ, ਪਰ ਸੰਗਤਾਂ ਨੂੰ ਬੇਨਤੀ ਹੈ ਕਿ ਜਿੰਨੀ ਵੱਧ ਤੋਂ ਵੱਧ ਇੱਥੇ ਸੰਗਤ ਜੋੜੂਗੀ ਉਹਨਾਂ ਇਹਨਾਂ ਤੇ ਉੱਤੇ ਜ਼ਿਆਦਾ ਦਬਾਅ ਪਊਗਾ ਔਰ ਉਨੀ ਜਲਦੀ ਇਹ ਕੰਮ ਕਰਨਗੇ। ਅੱਛਾ ਭਾਜੀ, ਮੈਂ 144 ਦਫਾ ਬਾਰੇ ਗੱਲ ਕਰਨੀ ਚਾਹੁੰਦਾ ਕਿਉਂਕਿ ਜਦੋਂ ਕਿਤੇ ਸਮਾਗਮ ਹੁੰਦੇ ਜਿੱਦਾਂ ਹੁਣ ਭਾਈ ਅਵਤਾਰ ਸਿੰਘ ਖੰਡਾ ਨਾਲ ਸੰਬੰਧ ਹੈਗਾ ਆ ਨਾ ਅੰਤਿਮ ਅਰਦਾਸ, ਤਾਂ 144 ਧਾਰਾ ਜਿਹੜੀ ਉਹਨੂੰ ਉਭਾਰ ਦਿੱਤਾ ਜਾਂਦਾ ਆ। ਤੇ 144 ਧਾਰਾ ਜੇ ਉਹਦੀ ਗੱਲ ਕਰ ਲਈਏ ਦਫਾ, ਉਹ ਅਸਲ 'ਚ ਕੀ ਆ, ਹਰ ਵੇਲੇ ਲੱਗੀ ਰਹਿੰਦੀ ਹੈ ਜਾਂ ਉਹਦਾ ਕੀ ਸਿਸਟਮ ਹੁੰਦਾ ਸਾਰਾ, ਜਾਂ ਕਦੋਂ ਜਿਹੜਾ ਪ੍ਰਸ਼ਾਸਨ ਉਹਨੂੰ ਜਿਹੜਾ ਆ ਲੋਕਾਂ ਸਾਹਮਣੇ ਜ਼ਾਹਿਰ ਕਰਦਾ ਹੈ? ਦੇਖੋ 144 ਜਿਹੜੀ ਹੈ ਇਹ ਸਿਰਫ ਉਦੋਂ ਲੱਗ ਸਕਦੀ ਹੈ ਜਦੋਂ ਕੋਈ ਐਮਰਜੈਂਸੀ ਦੀ ਹੋਵੇ, ਸਟੇਟ ਦੀ ਲੋੜ ਪਵੇ, ਜਾਂ ਕੋਈ ਐਸਾ ਆਪਾਂ ਟਾਈਮ ਆ ਗਿਆ ਜਿੱਥੇ ਇਹ ਸਿਕਿਉਰਿਟੀਜ਼ ਨਹੀਂ ਪ੍ਰਬੰਧ ਹੋ ਸਕਦੀਆਂ, ਜਾਂ ਕੋਈ ਇਹਨਾਂ ਨੂੰ ਐਸਾ ਲੱਗ ਰਿਹਾ ਕਿ ਕੋਈ ਜਿਹੜਾ ਕੰਮ ਹੈ ਸਟੇਟ ਦੇ ਵਿੱਚ ਖਰਾਬ ਹੋ ਸਕਦਾ ਹੈ, ਲੋਕ ਜੁੜ ਕੇ ਕੁਛ। ਪਰ ਜਿੱਥੇ ਇਹ ਲਾਉਂਦੇ ਆ, ਜਿੱਥੇ ਤੁਸੀਂ ਗੱਲ ਕਰ ਰਹੇ ਹੋ ਅਵਤਾਰ ਸਿੰਘ ਖੰਡਾ ਜੀ ਭੋਗ ਦੀ ਗੱਲ ਆਪਾਂ ਕਰ ਰਹੇ ਹਾਂ, ਜਿੱਥੇ ਉੱਥੇ 144 ਲਾਉਣ ਦਾ ਮਕਸਦ ਕੀ ਹੈ ਇਹਨਾਂ ਦਾ? ਇੱਕ ਡਰ ਪੈਦਾ ਕਰਨਾ, ਇੱਕ ਮਿਨੋਰਿਟੀ ਜਿਹੜੀ ਹੈਗੀ ਹੈ ਸਿੱਖ ਮਿਨੋਰਿਟੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਨੀ, ਜਾਂ 144 ਤੁਸੀਂ ਲਾ ਰਹੇ ਹੋ। ਉੱਥੇ ਸਭ ਤੋਂ ਪਹਿਲਾਂ ਇਹ ਦੇਖਿਆ ਜਾਵੇ ਕਿ ਉਹਨਾਂ ਦਾ ਸੰਸਕਾਰ ਹੋਇਆ, ਉਹਨਾਂ ਦਾ ਜੋ ਪਾਸ ਸੀਗਾ, ਜੋ ਹੈਗਾ ਸੀਗਾ ਹਿਸਟਰੀ ਸੀ ਉਹਨਾਂ ਦੀ, ਉਹਨਾਂ ਨੇ ਜੋ ਕੀਤਾ ਉਸ ਤੋਂ ਇਲਾਵਾ ਉਹਨੂੰ ਇੱਕ ਆਪਾਂ ਵੱਖਰਾ ਰੱਖੀਏ, ਠੀਕ ਹੈ। ਪਰ ਜਿਹੜੀ ਹਿਊਮੈਨਿਟੀ ਉੱਤੇ ਗੱਲ ਤਾਂ ਕਰਨੀ ਬਣਦੀ ਨਾ।
ਉਹਨਾਂ ਦੀ ਡੈਥ ਹੋਈ, ਉਹਨਾਂ ਨੂੰ ਜਦੋਂ ਉੱਥੇ ਸ਼ਹੀਦ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਸੰਸਕਾਰ ਵਾਸਤੇ ਉਹਨਾਂ ਦੀ ਮਦਰ ਨੇ, ਉਹਦੇ ਸਿਸਟਰ ਨੇ ਜਦੋਂ ਅਪਲਾਈ ਕੀਤਾ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਗਿਆ, ਬਾਹਰ ਜਾਣ ਦੀ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਇਹਨਾਂ ਦਾ ਭੋਗ ਦੀ ਗੱਲ ਕਰ ਰਹੇ ਆ ਤਾਂ ਉੱਥੇ 144 ਐਸ ਕਰਕੇ ਲਾ ਦਿੱਤੀ ਗਈ ਤਾਂ ਕਿ ਲੋਕ ਵੱਧ ਤੋਂ ਵੱਧ ਨਾ ਜੁੜਨ। ਇੱਕ ਡਰ ਪੈਦਾ ਪਹਿਲਾਂ ਹੀ ਕਰ ਦਿੰਦੇ ਆ, ਲੋਕਾਂ ਦੇ ਮਨ 'ਚ ਡਰ ਹੋ ਜਾਊਗਾ ਕਿ ਯਾਰ ਉੱਥੇ 144 ਲੱਗੀ ਹੋਈ ਆ, ਸ਼ਾਇਦ ਜੇ ਅਸੀਂ ਗਏ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਹੋ ਪਰ ਜਾਊਗੀ। ਗੱਲ ਉਹੀ ਹੈ ਕਿ ਲੱਗਦਾ ਕਿ ਲੋਕਾਂ ਦੇ ਦਿਲਾਂ ਵਿੱਚ ਡਰ ਇਸ ਗੱਲ ਦਾ ਬੈਠੇ ਹੋਏ, ਕਿਉਂਕਿ ਜਦੋਂ ਵੀ ਸਾਡੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ, ਚਾਹੇ ਪ੍ਰਸ਼ਾਸਨ ਜਿੰਨੀ ਮਰਜ਼ੀ ਸਖਤਾਈ ਕਰਦਾ, ਲੋਕ ਤਾਂ ਫਿਰ ਸੜਕਾਂ ਭਰ ਦਿੰਦੇ ਜਦੋਂ ਭਰਨ ਤੇ ਆਉਂਦੇ। ਦੇਖੋ ਜੇ ਇਹ ਇਦਾਂ ਕਰਨਗੇ, ਦਬਾਉਣ ਦੀ ਕੋਸ਼ਿਸ਼ ਕਰਨਗੇ ਤਾਂ ਲੋਕ ਜ਼ਰੂਰ ਉੱਭਰਨਗੇ, ਉੱਠਣਗੇ। ਇਹਨਾਂ ਨੂੰ ਇਹ ਚਾਹੀਦਾ ਕਿ ਇਹ ਦਬਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਇਹਨੂੰ ਬੰਦ ਕਰਨ। ਬਕਾਇਦਾ ਇੱਕ ਹੋਰ ਚੀਜ਼ ਮੈਂ ਜਿਹੜੀਆਂ ਡੇ ਬਾਈ ਡੇ ਜਿਹੜਾ ਨੋਟਿਸ ਕਰ ਰਿਹਾ, ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਹਾਲੇ ਉਹ ਇੰਨਾ ਦਬਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀਆਂ ਸੀਗੀਆਂ, ਪਰ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਨੇ ਇੱਕ ਨਵਾਂ ਕਨਸੈਪਟ ਅਡਾਪਟ ਕਰ ਲਿਆ। ਦੇਖੋ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਸੀਗੇ ਉਦੋਂ ਇਹਨਾਂ ਨੇ 144 ਲਾ ਕੇ ਔਰ ਐਸੇ ਬੱਚਿਆਂ ਨੂੰ, ਜਿਹੜੇ ਲੜਕੇ ਯੰਗ ਲੜਕੇ ਸੀਗੇ ਉਹਨਾਂ ਨੂੰ ਅਰੈਸਟ ਪਾ ਕੇ ਜੇਲ੍ਹਾਂ 'ਚ ਸੁੱਟ ਦਿੱਤਾ, ਜਿਨ੍ਹਾਂ ਦੀਆਂ ਸਿਰਫ ਫੋਟੋਆਂ ਉਹਨਾਂ ਦੇ ਨਾਲ ਸੀਗੀਆਂ। FB ਤੋਂ ਫੋਟੋਆਂ ਚੱਕ ਕੇ ਉਹਨਾਂ ਨੂੰ ਅਰੈਸਟ ਕਰ ਲਿਆ ਕਿ ਇਹਨਾਂ ਦਾ ਸਬੰਧ ਹੋ ਸਕਦਾ। ਉਸ ਤੋਂ ਬਾਅਦ ਆਪਾਂ ਕੰਸੀਡਰ ਕਰੀਏ ਕਿ ਜਿਹੜੇ ਉੱਥੇ ਡਿਬਰੂਗੜ੍ਹ ਜੇਲ੍ਹ 'ਚ ਭੇਜੇ ਆ ਉਹਨਾਂ 'ਚ ਅੱਧੇ ਜਾਣਿਆਂ ਤੋਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਫੇਸਬੁੱਕ ਚੱਲਦੀ ਕਿਵੇਂ ਆ। ਉਹਨਾਂ ਨੂੰ ਵੀ ਇਹਨਾਂ ਨੇ NSA ਲਾ ਕੇ ਉਹਨਾਂ ਨੂੰ ਉਹ ਜੇਲ੍ਹ 'ਚ ਉੱਥੇ ਡਿਬਰੂਗੜ੍ਹ ਭੇਜ ਦਿੱਤਾ ਗਿਆ। ਸੋ ਇੱਕ ਜਿਹੜਾ ਡਰ ਦਾ ਮਾਹੌਲ ਹੈ ਉਹ ਪੈਦਾ ਕੀਤਾ ਜਾ ਰਿਹਾ ਹੈ ਔਰ ਇਸ ਲਈ ਹੀ ਉਹ ਇੱਥੇ ਜਿਹੜਾ ਆਪਣੇ ਭੋਗ ਦੇ ਉੱਤੇ ਜਿਹੜੀ 144 ਲਾ ਦਿੱਤੀ ਗਈ ਹੈ ਉੱਥੇ ਵੀ ਇਸੇ ਕਰਕੇ ਲਾਈ ਗਈ ਹੈ ਤਾਂ ਕਿ ਲੋਕਾਂ 'ਚ ਡਰ ਪੈਦਾ ਹੋਵੇ। ਪਰ ਐਦਾਂ ਦੀ ਗੱਲ ਨਹੀਂ, ਜਿਨ੍ਹਾਂ ਨੇ ਲੋਕਾਂ ਨੇ ਉੱਥੇ ਪਹੁੰਚਣਾ ਉਹ ਪਹੁੰਚ ਹੀ ਜਾਣਗੇ ਉੱਥੇ। ਇਹਦੇ ਵਿੱਚ ਕੋਈ ਐਸੀ ਨਾ ਦੋ ਰਾਈ ਗੱਲ ਨਹੀਂ ਹੈਗੀ। ਜਿੰਨਾ ਇਹ ਜ਼ਿਆਦਾ ਦਬਾਉਣ ਦੀ ਕੋਸ਼ਿਸ਼ ਕਰਨਗੇ ਉਹਨੇ ਵੱਧ ਲੋਕ ਉੱਥੇ ਪਹੁੰਚਣਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਐਡਵੋਕੇਟ ਗੁਰਸ਼ਰਨ ਸਿੰਘ ਜੀ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਮੋਰਚੇ ਦੀ ਰਣਨੀਤੀ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸੋ ਹੋਰ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਦੇਖਦੇ ਰਹੋ ਸਮਰਾਤ ਆਵਾਜ਼।